ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਸਾਡਾ ਅੱਜ ਦਾ ਵਿਸ਼ਾ ਹੈ ਪੰਜਾਬੀ ਵਿਆਕਰਣ। ਕਿਸੇ ਵੀ ਭਾਸ਼ਾ ਨੂੰ ਠੀਕ ਰੂਪ ਵਿੱਚ ਬੋਲਣ, ਲਿਖਣ ਅਤੇ ਸਮਝਣ ਲਈ ਉਸ ਭਾਸ਼ਾ ਦੀ ਵਿਆਕਰਣ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਬੋਲਚਾਲ ਦੀ ਭਾਸ਼ਾ ਚਾਹੇ ਕਿ ਅਰਥਾਂ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦੀ ਹੈ, ਪਰ ਵਿਆਕਰਨਿਕ ਪੱਖੋਂ ਅਸ਼ੁੱਧ ਹੁੰਦੀ ਹੈ। ਹਰ ਭਾਸ਼ਾ ਦੇ ਆਪਣੇ ਨਿਯਮ ਹੁੰਦੇ ਹਨ। ਭਾਸ਼ਾ ਦੀ ਠੀਕ ਵਰਤੋਂ ਦੇ ਨਿਯਮਾਂ ਬਾਰੇ ਅਸੀਂ ਉਸ ਦੇ ਵਿਆਕਰਣ ਤੋਂ ਹੀ ਸਿੱਖਦੇ ਹਾਂ। ਸੋ ਵਿਆਕਰਣ ਕੀ ਹੈ? ਭਾਸ਼ਾ ਦੀ ਸ਼ੁੱਧ ਵਰਤੋਂ ਲਈ ਬਣਾਏ ਹੋਏ ਨਿਯਮ ਵਿਆਕਰਣ ਅਖਵਾਉਂਦੇ ਹਨ। ਸੋ ਵਿਆਕਰਣ ਕੀ ਹੈ? ਵਿਆਕਰਣ ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਅਤੇ ਸਮਝਿਆ ਜਾਂਦਾ ਹੈ। ਵਿਆਕਰਣ ਦੇ ਨਿਯਮਾਂ ਵਿੱਚ ਲਚਕ ਨਹੀਂ ਹੁੰਦੀ, ਪਰ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ, ਸਮੇਂ ਦੀ ਚਾਲ ਨਾਲ ਬਦਲਦੀ ਰਹਿੰਦੀ ਹੈ ਅਤੇ ਸਮੇਂ ਦੇ ਨਾਲ ਭਾਸ਼ਾ ਦੇ ਨਿਯਮ ਵੀ ਬਦਲਦੇ ਰਹਿੰਦੇ ਹਨ। ਇਸ ਲਈ ਸਮੇਂ-ਸਮੇਂ 'ਤੇ ਵਿਆਕਰਣ ਦੇ ਨਿਯਮਾਂ ਵਿੱਚ ਵੀ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਵਿਆਕਰਣ ਦਾ ਸੰਬੰਧ ਕੇਵਲ ਲਿਖਤੀ ਭਾਸ਼ਾ ਨਾਲ ਹੁੰਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਆ, ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਕਈ ਵਾਰ ਇਹ ਕਿਹਾ ਜਾਂਦਾ ਆ ਕਿ ਵਿਆਕਰਣ ਦਾ ਸੰਬੰਧ ਕੇਵਲ ਲਿਖਤੀ ਭਾਸ਼ਾ ਨਾਲ ਹੁੰਦਾ ਆ, ਬੋਲਚਾਲ ਦੀ ਭਾਸ਼ਾ ਨਾਲ ਨਹੀਂ, ਜਦਕਿ ਵਿਆਕਰਣ ਦਾ ਸੰਬੰਧ ਭਾਸ਼ਾ ਦੇ ਦੋਹਾਂ ਰੂਪਾਂ ਨਾਲ ਹੁੰਦਾ ਹੈ। ਇਸ ਦਾ ਲਿਖਤੀ ਭਾਸ਼ਾ ਦੇ ਵਿਆਕਰਣ ਨਾਲੋਂ ਅੰਤਰ ਕੇਵਲ ਇੰਨਾ ਹੁੰਦਾ ਹੈ ਕਿ ਬੋਲਚਾਲ ਦੀ ਭਾਸ਼ਾ ਦੇ ਜਿਹੜੇ ਨਿਯਮ ਆ ਉਹ ਇੰਨੇ ਪੱਕੇ ਨਹੀਂ ਹੁੰਦੇ। ਬੋਲਣ ਵਾਲਾ ਜਿਹੜਾ ਵਿਅਕਤੀ ਹੈ ਉਹ ਆਮ ਤੌਰ 'ਤੇ ਆਪਣੇ ਸਰੋਤੇ ਦੇ ਸਨਮੁਖ ਹੁੰਦਾ ਆ, ਸਾਹਮਣੇ ਹੁੰਦਾ ਆ, ਜਿਸ ਕਰਕੇ ਉਹ ਵਿਆਕਰਨਿਕ ਨਿਯਮਾਂ ਲਈ ਖੁੱਲ੍ਹ ਨੂੰ ਦੁਹਰਾ ਕੇ ਚਿਹਰੇ ਦੇ ਪ੍ਰਭਾਵਾਂ ਦੁਆਰਾ ਜਾਂ ਇਸ਼ਾਰਿਆਂ ਦੀ ਸਹਾਇਤਾ ਦੇ ਨਾਲ ਆਪਣੀ ਗੱਲ ਜਿਹੜੀ ਆ ਉਹ ਪੂਰੀ ਕਰ ਲੈਂਦਾ ਆ ਅਤੇ ਉਹਦੀ ਗੱਲ ਦਾ ਪ੍ਰਭਾਵ ਬਣ ਜਾਂਦਾ ਆ। ਵਿਆਕਰਣ ਜਿਹੜੀ ਆ ਇਹ ਇੱਕ ਅਜਿਹੀ ਪ੍ਰਕਿਰਿਆ ਆ ਜਿਹੜੀ ਸਾਨੂੰ ਦੱਸਦੀ ਆ ਕਿ ਧੁਨੀ ਤੋਂ ਭਾਵੰਸ਼, ਭਾਵੰਸ਼ ਤੋਂ ਸ਼ਬਦ, ਸ਼ਬਦ ਤੋਂ ਵਾਕੰਸ਼, ਵਾਕੰਸ਼ ਤੋਂ ਉਪਵਾਕ ਅਤੇ ਉਪਵਾਕ ਤੋਂ ਵਾਕ ਕਿਵੇਂ ਬਣਦਾ ਆ। ਸਕੂਲ ਪੱਧਰ 'ਤੇ ਜਿਹੜੀ ਵਿਆਕਰਣ ਦਾ ਗਿਆਨ ਆ ਇਹ ਬਹੁਤ ਖਾਸ ਮਹੱਤਤਾ ਰੱਖਦਾ ਆ। ਇਸ ਗਿਆਨ ਤੋਂ ਬਿਨਾਂ ਬੱਚੇ ਦੇ ਅੰਦਰ ਤਰਕਮਈ ਸੂਝ ਦਾ ਵਿਕਾਸ ਨਹੀਂ ਹੋ ਸਕਦਾ, ਕਿਉਂਕਿ ਵਿਆਕਰਣ ਭਾਸ਼ਾ ਦੀ ਸੰਰਚਨਾ ਦੇ ਵਿੱਚ ਕਾਰਜਸ਼ੀਲ ਤੱਤਾਂ ਦੀ ਪੇਸ਼ਕਾਰੀ ਕਰਦਾ ਹੈ। ਇਸ ਤਰ੍ਹਾਂ ਵਿਆਕਰਣ ਬਹੁਤ ਹੀ ਰੋਚਕ ਵਿਸ਼ਾ ਹੈ। ਕਿਉਂਕਿ ਇਹ ਭਾਸ਼ਾ ਨਾਲ ਜੁੜਿਆ ਹੋਇਆ ਹੈ ਅਤੇ ਭਾਸ਼ਾ ਸਾਡੇ ਜੀਵਨ ਨਾਲ ਜੁੜੀ ਹੋਈ ਹੈ। ਸੋ ਵਿਆਕਰਣ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਧੁਨੀ ਤੋਂ ਆਵਾਜ਼ ਜਿਹੜੀ ਪੈਦਾ ਹੋਈ ਆ ਉਸ ਤੋਂ ਵਾਕ ਤੱਕ ਕਿਵੇਂ ਜਾਣਾ ਹੈ। ਵਿਆਕਰਣ ਦੇ ਮੁੱਖ ਰੂਪ ਦੇ ਵਿੱਚ 4 ਭਾਗ ਮੰਨੇ ਜਾਂਦੇ ਹਨ। ਪਹਿਲਾ ਹੈ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਨ ਬੋਧ। ਦੂਸਰਾ ਹੈ ਸ਼ਬਦ ਬੋਧ, ਤੀਸਰਾ ਹੈ ਵਾਕ ਬੋਧ ਅਤੇ ਚੌਥਾ ਹੈ ਅਰਥ ਬੋਧ। ਵਿਆਕਰਣ ਦਾ ਜਿਹੜਾ ਪਹਿਲਾ ਭਾਗ ਹੈ ਧੁਨੀ ਬੋਧ, ਜਿਸ ਨੂੰ ਆਪਾਂ ਅੱਖਰ ਬੋਧ ਜਾਂ ਵਰਨ ਬੋਧ ਵੀ ਕਹਿੰਦੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਧੁਨੀ ਪੈਦਾ ਹੁੰਦੀ ਆ, ਆਵਾਜ਼ ਪੈਦਾ ਹੁੰਦੀ ਹੈ ਅਤੇ ਧੁਨੀ ਤੋਂ ਵਰਨ ਜਾਂ ਅੱਖਰ ਬਣਦਾ ਹੈ। ਔਰ ਵਿਆਕਰਣ ਦੇ ਇਸ ਭਾਗ ਦੇ ਵਿੱਚ ਸਾਰੇ ਅੱਖਰਾਂ, ਲਗਾ ਮਾਤਰਾਵਾਂ, ਲਗਾਖਰਾਂ ਅਤੇ ਦੁੱਤ ਅੱਖਰਾਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਧੁਨੀ ਕੀ ਹੈ। ਤੁਸੀਂ ਛੋਟੇ ਨੰਨੇ ਮੁੰਨੇ ਬੱਚਿਆਂ ਨੂੰ ਬੋਲਦਿਆਂ ਅਕਸਰ ਸੁਣਿਆ ਹੋਵੇਗਾ। ਉਹ ਕੀ ਬੋਲਦੇ ਹਨ? ਕਿਉਂਕਿ ਉਹਨਾਂ ਨੂੰ ਤਾਂ ਵਿਆਕਰਣ ਦਾ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਲਗਾ ਮਾਤਰਾਵਾਂ ਲੱਗਣੀਆਂ ਹਨ, ਕਿਹੜੇ ਲਗਾਖਰ ਲੱਗਣੇ ਹਨ, ਕਿਹੜੇ ਦੁੱਤ ਅੱਖਰ ਲੱਗਣੇ ਹਨ, ਕਿਹੜੇ ਵਰਨ ਨਾਲ ਕਿਹੜੀ ਮਾਤਰਾ ਲੱਗਣੀ ਹੈ ਅਤੇ ਕਿਹੜੀ ਨਹੀਂ ਲੱਗਣੀ। ਇਹ ਸਾਰਾ ਕੁਝ ਉਹਨਾਂ ਨੂੰ ਪਤਾ ਨਹੀਂ ਹੁੰਦਾ। ਛੋਟੇ ਬੱਚੇ ਵਰਨ ਦੀ, ਅੱਖਰ ਦੀ ਸਿਰਫ ਆਵਾਜ਼ ਕੱਢਦੇ ਹਨ। ਜਿਵੇਂ ਤੁਸੀਂ ਇਸ ਵਿੱਚ ਦੇਖ ਰਹੇ ਹੋ, ਬੱਚੇ ਕੀ ਕਰਦੇ ਨੇ? ਬੱਚੇ ਬੋਲਦੇ ਨੇ ਜਿਵੇਂ ਮਾਂ, ਮੰਮੇ ਦੀ ਆਵਾਜ਼, ਪਾ, ਪਾਪਾ, ਪੱਪੇ ਦੀ ਆਵਾਜ਼,
ਬਾ ਬਾ ਬਾਬਾ ਬੱਬੇ ਦੀ ਆਵਾਜ਼, ਨਾ ਨਾ ਨਾਨਾ ਨੰਨੇ ਦੀ ਆਵਾਜ਼, ਕਾ ਕਾ ਕਾਕਾ ਕੱਕੇ ਦੀ ਆਵਾਜ਼ ਅਤੇ ਹੋਰ ਵੀ ਬਹੁਤ ਸਾਰੇ ਵਰਨਾਂ ਦੀਆਂ ਆਵਾਜ਼ਾਂ। ਜਦੋਂ ਵੀ ਅਸੀਂ ਵੀ ਕੁਝ ਬੋਲਦੇ ਹਾਂ ਤਾਂ ਪਹਿਲਾਂ ਆਵਾਜ਼ ਪੈਦਾ ਹੁੰਦੀ ਹੈ, ਸਾਊਂਡ ਪੈਦਾ ਹੁੰਦੀ ਹੈ। ਸੋ ਧੁਨੀ ਦਾ ਅਰਥ ਹੈ ਆਵਾਜ਼। ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਨ ਵਿੱਚ ਧੁਨੀਆਂ ਕਿਹਾ ਜਾਂਦਾ ਹੈ। ਇਹ ਸਾਰਥਕ ਧੁਨੀਆਂ ਜਾਂ ਆਵਾਜ਼ਾਂ ਮੌਖਿਕ ਪੱਧਰ ਉੱਤੇ ਵਿਚਰਦੀਆਂ ਹਨ। ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਤਾਂ ਉਸ ਦਾ ਨਿਖੇੜ ਕੀਤਿਆਂ ਧੁਨੀਆਂ ਦਾ ਪਤਾ ਲੱਗਦਾ ਹੈ। ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਭਾਰਤ, ਭਾਰਤ ਸ਼ਬਦ ਦੇ ਵਿੱਚੋਂ ਧੁਨੀਆਂ ਨਿਕਲਦੀਆਂ ਆ ਪ ਆ ਰ ਤ ਭਾਰਤ। ਪੱਬਾ ਰਾਰਾ ਤੱਤਾ ਵਰਨ ਹਨ। ਪੱਬੇ ਨੂੰ ਆ ਕੰਨੇ ਦੀ ਮਾਤਰਾ ਲੱਗੀ ਹੋਈ ਹੈ। ਪ ਆ ਰ ਤ ਧੁਨੀਆਂ ਮਿਲ ਕੇ ਤੇ ਸ਼ਬਦ ਬਣ ਗਿਆ ਭਾਰਤ। ਸੋ ਸਭ ਤੋਂ ਪਹਿਲਾਂ ਧੁਨੀ ਪੈਦਾ ਹੁੰਦੀ ਹੈ, ਧੁਨੀ ਤੋਂ ਵਰਨ ਜਾਂ ਅੱਖਰ ਬਣਦੇ ਹਨ। ਹੁਣ ਆਪਾਂ ਗੱਲ ਕਰਾਂਗੇ ਵਰਨ ਦੀ ਕਿ ਵਰਨ ਕੀ ਹੈ ਜਾਂ ਅੱਖਰ ਕੀ ਹਨ। ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਚਿੰਨ੍ਹਾਂ ਨੂੰ ਵਰਨ ਜਾਂ ਅੱਖਰ ਕਿਹਾ ਜਾਂਦਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ, ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਡੇ ਕੋਲ 41 ਵਰਨ ਹਨ। ਊੜਾ, ਐੜਾ, ਈੜੀ, ਸੱਸਾ, ਹਾਹਾ ਜਿਸ ਨੂੰ ਅਸੀਂ ਮੁੱਖ ਵਰਗ ਵੀ ਕਹਿੰਦੇ ਹਾਂ। ਕੱਕੇ ਤੋਂ ਸ਼ੁਰੂ ਹੋਣ ਵਾਲਾ ਕਵਰਗ, ਚੱਚਾ ਵਰਨ ਤੋਂ ਸ਼ੁਰੂ ਹੋਣ ਵਾਲਾ ਵਰਗ ਨੂੰ ਅਸੀਂ ਚਵਰਗ ਕਹਿੰਦੇ ਹਾਂ। ਟੈਂਕੇ ਵਰਨ ਤੋਂ ਸ਼ੁਰੂ ਹੋਣ ਵਾਲਾ ਟਵਰਗ, ਤੱਤੇ ਵਰਨ ਤੋਂ ਸ਼ੁਰੂ ਹੋਣ ਵਾਲੀ ਲਾਈਨ ਨੂੰ ਅਸੀਂ ਤਵਰਗ ਕਹਿੰਦੇ ਹਾਂ। ਪੱਪੇ ਤੋਂ ਸ਼ੁਰੂ ਹੋਣ ਵਾਲਾ ਪਵਰਗ ਅਤੇ ਅੰਤਿਮ ਵਰਗ ਆਪਾਂ ਕਹਿੰਦੇ ਹਾਂ ਯਈਆ, ਰਾਰਾ, ਲੱਲਾ, ਵੱਵਾ ਅਤੇ ਰਾੜਾ ਵਰਨ ਨੂੰ ਅਸੀਂ ਅੰਤਿਮ ਵਰਗ ਦੇ ਵਿੱਚ ਗਿਣਦੇ ਹਾਂ। ਇਸ ਤਰ੍ਹਾਂ ਊੜੇ ਤੋਂ ਲੈ ਕੇ ਰਾੜੇ ਤੱਕ ਸਾਡੀ ਵਰਨਮਾਲਾ ਦੇ ਕੁੱਲ 35 ਵਰਨ ਸਨ ਅਤੇ ਇਸ ਨੂੰ 35 ਜਾਂ 35 ਅੱਖਰੀ ਵੀ ਆਖਿਆ ਜਾਂਦਾ ਸੀ। ਫਿਰ ਅਰਬੀ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਸਾਡੇ ਕੋਲ ਜਿਹੜੇ ਪਹਿਲਾਂ ਤੋਂ ਹੀ 6 ਅੱਖਰ ਮੌਜੂਦ ਸਨ। ਕਿਹੜੇ ਸੀਗੇ ਉਹ? ਸੱਸਾ, ਖੱਖਾ, ਗੱਗਾ, ਜੱਜਾ, ਫੱਫਾ ਅਤੇ ਲੱਲਾ। ਇਹਨਾਂ ਪੰਜਾਬੀ ਵਰਨਮਾਲਾ ਦੇ ਵਿੱਚ ਇਹਨਾਂ ਅੱਖਰਾਂ ਦੇ ਪੈਰਾਂ ਦੇ ਵਿੱਚ ਬਿੰਦੀ ਲਾ ਕੇ 6 ਨਵੇਂ ਵਰਨ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ ਬਣਾਈ ਗਈ। ਇਸ ਤਰ੍ਹਾਂ ਇਹ ਗਿਣਤੀ 35 ਤੋਂ ਵੱਧ ਕੇ 41 ਹੋ ਗਈ। ਹੁਣ ਵਰਤਮਾਨ ਸਾਡੀ ਪੰਜਾਬੀ ਵਰਨਮਾਲਾ ਦੇ 41 ਵਰਨ ਜਾਂ ਅੱਖਰ ਹਨ। ਸਾਰੇ ਵਰਨ ਜਾਂ ਅੱਖਰ ਇੱਕ ਮਾਲਾ ਵਿੱਚ ਪਰੋਏ ਹੋਏ ਹੋਣ ਕਰਕੇ ਇਸ ਨੂੰ ਵਰਨਮਾਲਾ ਭਾਵ ਵਰਨਾਂ ਦੀ ਮਾਲਾ ਕਿਹਾ ਜਾਂਦਾ ਹੈ। ਵਰਨ 2 ਤਰ੍ਹਾਂ ਦੇ ਹੁੰਦੇ ਹਨ, ਸਵਰ ਤੇ ਵਿਅੰਜਨ। ਹੁਣ ਆਪਾਂ ਗੱਲ ਕਰਾਂਗੇ ਸਵਰ ਕੀ ਹੈ। ਜਿਹੜੇ ਵਰਨ ਕਿਸੇ ਹੋਰ ਵਰਨ ਦੀ ਸਹਾਇਤਾ ਤੋਂ ਬਗੈਰ ਬੋਲੇ ਜਾਂਦੇ ਹਨ ਉਹਨਾਂ ਵਰਨਾਂ ਨੂੰ ਸਵਰ ਕਿਹਾ ਜਾਂਦਾ ਹੈ। ਜਾਂ ਇੰਜ ਵੀ ਕਹਿ ਲਈਏ ਕਿ ਜਿਨ੍ਹਾਂ ਵਰਨਾਂ ਦੇ ਉਚਾਰਨ ਸਮੇਂ ਹਵਾ ਉਚਾਰਨ ਅੰਗ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਬਾਹਰ ਨਿਕਲਦੀ ਹੈ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਉਚਾਰਨ ਵੇਲੇ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲਦੀ ਹੈ ਉਹਨਾਂ ਨੂੰ ਸਵਰ ਕਹਿੰਦੇ ਹਨ। ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ। ਪੰਜਾਬੀ ਭਾਸ਼ਾ ਵਿੱਚ 3 ਸਵਰ ਹਨ, ਊੜਾ, ਐੜਾ ਅਤੇ ਈੜੀ। ਊੜਾ, ਐੜਾ ਅਤੇ ਈੜੀ 3 ਸਵਰ ਅੱਖਰ ਹਨ, ਸਵਰ ਵਾਹਕ ਹਨ ਜੋ ਪੰਜਾਬੀ ਭਾਸ਼ਾ ਦੀਆਂ 10 ਸਵਰ ਧੁਨੀਆਂ, ਤੁਸੀਂ ਦੇਖ ਰਹੇ ਹੋ ਕਿਹੜੀਆਂ ਕਿਹੜੀਆਂ ਸਾਡੀਆਂ 10 ਸਵਰ ਧੁਨੀਆਂ ਨੇ। ਅ, ਆ, ਈ, ਊ, ਊ, ਏ, ਐ, ਓ, ਔ। ਇਹਨਾਂ 10 ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ 3 ਸਵਰ ਵਾਹਕ ਨੇ ਸਾਡੇ ਕੋਲ, ਊੜਾ, ਐੜਾ ਅਤੇ ਈੜੀ। ਬੇਸ਼ੱਕ ਸਵਰ ਧੁਨੀਆਂ ਮੂੰਹ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਉਚਾਰੀਆਂ ਜਾਂਦੀਆਂ ਹਨ,
ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਜੀਭ ਦੀ ਖਾਸ ਭੂਮਿਕਾ ਹੈ, ਕਿਉਂਕਿ ਉਸ ਸਮੇਂ ਜੀਭ ਕਈ ਸਥਿਤੀਆਂ ਗ੍ਰਹਿਣ ਕਰਦੀ ਹੈ। ਜਿਵੇਂ ਕਦੇ ਜੀਭ ਉੱਚੀ ਅਵਸਥਾ ਵਿੱਚ ਹੁੰਦੀ ਹੈ, ਕਦੇ ਅੱਧ ਉੱਚੀ, ਕਦੇ ਅੱਧ ਨੀਵੀਂ ਅਤੇ ਕਦੇ ਨੀਵੀਂ ਹੁੰਦੀ ਹੈ। ਕਦੇ ਜੀਭ ਦਾ ਅਗਲਾ ਹਿੱਸਾ ਅਤੇ ਕਦੇ ਪਿਛਲਾ ਹਿੱਸਾ ਹਰਕਤ ਵਿੱਚ ਹੁੰਦਾ ਹੈ। ਇਸੇ ਪ੍ਰਕਾਰ ਬੁੱਲ੍ਹਾਂ ਦੀ ਵੀ ਖਾਸ ਭੂਮਿਕਾ ਹੈ। ਕਦੇ ਇਹ ਗੁਲਾਈਦਾਰ ਅਤੇ ਕਦੇ ਗੁਲਾਈ ਰਹਿਤ ਅਵਸਥਾ ਵਿੱਚ ਹੁੰਦੇ ਹਨ। ਜਿਹੜਾ ਸਾਹ ਅੰਦਰੋਂ ਆ ਰਿਹਾ ਹੁੰਦਾ ਹੈ, ਕਿਸੇ ਧੁਨੀ ਦੇ ਉਚਾਰਨ ਵੇਲੇ ਘੱਟ ਲੱਗਦਾ ਹੈ ਅਤੇ ਕਿਸੇ ਧੁਨੀ ਦੇ ਉਚਾਰਨ ਵੇਲੇ ਸਾਹ ਵੱਧ ਲੱਗਦਾ ਹੈ। ਇਸ ਆਧਾਰ ਉੱਤੇ ਅਸੀਂ ਸਵਰ ਧੁਨੀਆਂ ਨੂੰ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਤੁਸੀਂ ਦੇਖ ਰਹੇ ਹੋ, ਪਹਿਲਾ ਹੈ ਲਘੂ ਸਵਰ ਧੁਨੀਆਂ, ਜਿਨ੍ਹਾਂ ਨੂੰ ਅਸੀਂ ਹਰਸਵ ਸਵਰ ਧੁਨੀਆਂ ਵੀ ਕਹਿੰਦੇ ਹਾਂ, ਅਤੇ ਦੂਸਰਾ ਹੈ ਦੀਰਘ ਸਵਰ ਧੁਨੀਆਂ। ਹਰਸਵ ਜਾਂ ਲਘੂ ਸਵਰ ਧੁਨੀਆਂ ਘੱਟ ਸਾਹ ਲੱਗਣ ਵਾਲੀਆਂ ਧੁਨੀਆਂ ਹੁੰਦੀਆਂ ਹਨ। ਪੰਜਾਬੀ ਵਿੱਚ ਊ, ਅ, ਈ, ਇਹ ਤਿੰਨ ਜਿਹੜੀਆਂ ਨੇ ਇਹ ਸਾਡੀਆਂ ਹਰਸਵ ਜਾਂ ਲਘੂ ਸਵਰ ਧੁਨੀਆਂ ਹਨ। ਦੀਰਘ ਸਵਰ ਧੁਨੀਆਂ ਉਹ ਸਵਰ ਧੁਨੀਆਂ ਹੁੰਦੀਆਂ ਹਨ ਜੋ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਬੋਲਣ ਦੇ ਲਈ ਵੱਧ ਸਾਹ ਲੱਗਦਾ ਆ। ਪੰਜਾਬੀ ਦੇ ਵਿੱਚ 7 ਸਵਰ ਧੁਨੀਆਂ ਤੁਸੀਂ ਦੇਖ ਰਹੇ ਹੋ, ਆ, ਈ, ਊ, ਏ, ਐ, ਓ, ਔ। ਇਹ ਜਿਹੜੀਆਂ 7 ਸਵਰ ਧੁਨੀਆਂ ਨੇ, ਇਹਨਾਂ ਨੂੰ ਅਸੀਂ ਦੀਰਘ ਸਵਰ ਧੁਨੀਆਂ ਕਹਿੰਦੇ ਹਾਂ। ਆਮ ਤੌਰ 'ਤੇ ਦੀਰਘ ਸਵਰ ਧੁਨੀ ਦੇ ਉਚਾਰਨ ਵਿੱਚ ਲਘੂ ਸਵਰ ਧੁਨੀ ਨਾਲੋਂ ਦੁੱਗਣਾ ਸਮਾਂ ਲੱਗਦਾ ਹੈ। ਸੋ ਇਸ ਤਰ੍ਹਾਂ ਸਾਡੀਆਂ 10 ਸਵਰ ਧੁਨੀਆਂ ਦੇ ਵਿੱਚੋਂ 3 ਲਘੂ ਅਤੇ 7 ਦੀਰਘ ਸਵਰ ਧੁਨੀਆਂ ਹਨ। ਹੁਣ ਆਪਾਂ ਗੱਲ ਕਰਾਂਗੇ ਵਿਅੰਜਨ ਬਾਰੇ। ਵਿਅੰਜਨ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲੇ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜ੍ਹੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ। ਸਾਹ ਦੀ ਹਵਾ ਨੂੰ 2 ਉਚਾਰਨ ਅੰਗ ਰੋਕਦੇ ਹਨ। ਇਹਨਾਂ ਵਿੱਚੋਂ ਇੱਕ ਹੈ ਚੁਸਤ ਅਤੇ ਦੂਜਾ ਹੈ ਸੁਸਤ। ਸੁਸਤ ਉਚਾਰਨ ਅੰਗ ਹੁੰਦੇ ਹਨ ਸਾਡੇ ਮੂੰਹ ਦਾ ਉੱਪਰਲਾ ਚਬਾੜਾ ਅਤੇ ਉੱਪਰਲਾ ਬੁੱਲ। ਸਾਡੇ ਮੂੰਹ ਦੇ ਉੱਪਰਲੇ ਚਬਾੜੇ ਅਤੇ ਉੱਪਰਲੇ ਬੁੱਲ ਨੂੰ ਸੁਸਤ ਉਚਾਰਨ ਅੰਗ ਕਹਿੰਦੇ ਹਨ। ਚੁਸਤ ਉਚਾਰਨ ਅੰਗ ਹੁੰਦੇ ਹਨ ਸਾਡੀ ਜੀਭ ਅਤੇ ਹੇਠਲਾ ਬੁੱਲ। ਇਹ ਦੋਨੋਂ ਜਿਹੜੇ ਨੇ ਇਹ ਚੁਸਤ ਉਚਾਰਨ ਅੰਗ ਵਿੱਚ ਆਉਂਦੇ ਹਨ। ਉਚਾਰਨ ਅੰਗ ਵਿਅੰਜਨ ਧੁਨੀਆਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ। ਜੀਭ ਕਦੇ ਕੋਮਲ ਤਾਲੂ ਨੂੰ ਛੂੰਹਦੀ ਹੈ, ਕਦੇ ਕਠੋਰ ਤਾਲੂ ਨੂੰ ਛੂੰਹਦੀ ਹੈ ਅਤੇ ਕਦੇ ਉਲਟੀ ਹੋ ਕੇ ਸਿੱਧੀ ਹੁੰਦੀ ਹੈ। ਕਿਵੇਂ? ਇਸ ਨੂੰ ਅਸੀਂ ਇਸ ਸਲਾਈਡ ਦੀ ਮਦਦ ਦੇ ਨਾਲ ਸਮਝਾਂਗੇ। ਪਹਿਲਾ ਹੈ ਕੰਠੀ ਵਿਅੰਜਨ ਧੁਨੀਆਂ। ਕੱਕਾ, ਖੱਖਾ, ਗੱਗਾ, ਘੱਗਾ, ঙ। ਇਹਨਾਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਕੋਮਲ ਤਾਲੂ ਨੂੰ ਛੂੰਹਦੀ ਹੈ। ਦੂਜਾ ਹੈ ਤਾਲਵੀ ਵਿਅੰਜਨ ਧੁਨੀਆਂ। ਚੱਚਾ, ਛੱਛਾ, ਜੱਜਾ, ਝਿੱਜਾ, ਞ, ਸੱਸੇ ਪੈਰ ਬਿੰਦੀ ਅਤੇ ਯਈਆ। ਇਹਨਾਂ ਦੇ ਉਚਾਰਨ ਸਮੇਂ ਜੀਭ ਕਠੋਰ ਤਾਲੂ ਨੂੰ ਛੂੰਹਦੀ ਹੈ ਅਤੇ ਇਹਨਾਂ ਨੂੰ ਅਸੀਂ ਤਾਲਵੀ ਵਿਅੰਜਨ ਧੁਨੀਆਂ ਕਹਿੰਦੇ ਹਾਂ। ਇਸ ਤੋਂ ਅੱਗੇ ਹੈ ਉਲਟ ਜੀਭੀ ਵਿਅੰਜਨ ਧੁਨੀਆਂ। ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਲੱਲੇ ਪੈਰ ਬਿੰਦੀ ਅਤੇ ੜਾੜਾ। ਇਹਨਾਂ ਵਿਅੰਜਨ ਧੁਨੀਆਂ ਨੂੰ ਉਲਟ ਜੀਭੀ ਕਹਿੰਦੇ ਹਨ। ਕਿਉਂ ਉਲਟ ਜੀਭੀ ਕਹਿੰਦੇ ਹਨ? ਕਿਉਂਕਿ ਬੋਲਣ ਸਮੇਂ ਜੀਭ ਉਲਟੀ ਹੋ ਕੇ ਸਿੱਧੀ ਹੁੰਦੀ ਹੈ। ਬੋਲ ਕੇ ਦੇਖ ਲਓ, ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ, ਲੱਲੇ ਪੈਰ ਬਿੰਦੀ ਅਤੇ ੜਾੜਾ। ਅੱਗੇ ਹੈ ਦੰਤੀ ਵਿਅੰਜਨ ਧੁਨੀਆਂ। ਦੰਤੀ ਵਿਅੰਜਨ ਧੁਨੀਆਂ ਉਹ ਵਿਅੰਜਨ ਧੁਨੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਜੀਭ ਜਿਹੜੀ ਆ ਉਹ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਇਹਦੇ ਵਿੱਚ ਸਾਡੇ ਕੋਲ ਆਉਂਦੀਆਂ ਨੇ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ, ਲੱਲਾ, ਰਾਰਾ ਅਤੇ ਸੱਸਾ। ਤੁਸੀਂ ਦੇਖਦੇ ਹੋ ਜਦੋਂ ਵੀ ਆਪਾਂ ਇਹਨਾਂ ਵਿਅੰਜਨ ਧੁਨੀਆਂ ਦਾ ਉਚਾਰਨ ਕਰਦੇ ਹਾਂ
ਤੇ ਸਾਡੀ ਜਿਹੜੀ ਜੀਭ ਆ ਉਹ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਅੱਗੇ ਹੈ ਹੋਂਠੀ ਵਿਅੰਜਨ ਧੁਨੀਆਂ। ਇਹਦੇ ਵਿੱਚ ਆਉਂਦੀਆਂ ਨੇ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ ਅਤੇ ਵੱਵਾ। ਇਹਨਾਂ ਵਿਅੰਜਨ ਧੁਨੀਆਂ ਦੇ ਉਚਾਰਨ ਸਮੇਂ ਜਿਹੜੇ ਸਾਡੇ ਹੋਂਠ ਆ, ਜਿਹਨੂੰ ਆਪਾਂ ਬੁੱਲ ਵੀ ਕਹਿੰਦੇ ਆ, ਉਹਨਾਂ ਦੀ ਆਪਣੀ ਖਾਸ ਭੂਮਿਕਾ ਹੁੰਦੀ ਹੈ। ਕਦੇ ਬੁੱਲ ਖੁੱਲ੍ਹਦੇ ਹਨ ਅਤੇ ਕਦੇ ਬੁੱਲ ਜੁੜਦੇ ਹਨ। ਉਚਾਰਨ ਕਰਕੇ ਦੇਖ ਸਕਦੇ ਹੋ ਤੁਸੀਂ, ਜਦੋਂ ਆਪਾਂ ਇਹਨਾਂ ਵਿਅੰਜਨ ਧੁਨੀਆਂ ਨੂੰ ਬੋਲਦੇ ਹਾਂ ਤੇ ਸਾਡੇ ਬੁੱਲ ਜਿਹੜੇ ਆ ਉਹ ਕਦੀ ਖੁੱਲ੍ਹਦੇ ਆ ਤੇ ਕਦੀ ਜੁੜਦੇ ਆ। ਜਿਵੇਂ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ, ਵੱਵਾ। ਅਤੇ ਹਾਹਾ ਜਿਹੜਾ ਆ ਉਹ ਸਾਡੀ ਸੁਰ ਜੰਤਰੀ ਵਿਅੰਜਨ ਧੁਨੀ ਹੈ। ਇੱਕ ਗੱਲ ਤੁਸੀਂ ਨੋਟ ਕੀਤੀ ਹੋਵੇਗੀ ਕਿ ਮੈਂ ਕੁਝ ਵਰਨ ਕੱਟੇ ਹੋਏ ਹਨ, ਕਿਉਂਕਿ ਇਹ ਵਰਨ ਲਿਖਤ ਵਿੱਚ ਤਾਂ ਹਨ ਪਰ ਬੋਲਚਾਲ ਦੀ ਭਾਸ਼ਾ ਵਿੱਚ ਨਾ ਵਰਤੇ ਜਾਣ ਕਾਰਨ ਇਹਨਾਂ ਨੂੰ ਵਿਅੰਜਨ ਧੁਨੀਆਂ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਇਸ ਕਰਕੇ ਇਹਨਾਂ ਵਿਅੰਜਨਾਂ ਧੁਨੀਆਂ ਨੂੰ ਕੱਟਿਆ ਹੋਇਆ ਹੈ। ਇਹਨਾਂ ਸਾਰੀਆਂ ਵਿਅੰਜਨ ਧੁਨੀਆਂ ਦੇ ਵਿੱਚੋਂ ਸਾਡੇ ਕੋਲ ਕੁਝ ਨਾਸਕੀ ਜਾਂ ਅਨੁਨਾਸਕੀ ਵਿਅੰਜਨ ਧੁਨੀਆਂ ਵੀ ਹੁੰਦੀਆਂ ਆ। ਉਹ ਕਿਹੜੀਆਂ ਨੇ? ઞੀਆਂ, ઞੀਆਂ, ਨਾਣਾ, ਨੰਨਾ ਤੇ ਮੰਮਾ। ਤੁਸੀਂ ਦੇਖ ਰਹੇ ਹੋ, ਇਹ ਸਾਡੀਆਂ 5 ਨਾਸਕੀ ਜਾਂ ਅਨੁਨਾਸਕੀ ਵਿਅੰਜਨ ਧੁਨੀਆਂ ਨੇ। ਜਦੋਂ ਅਸੀਂ ਇਹਨਾਂ ਧੁਨੀਆਂ ਦਾ ਉਚਾਰਨ ਕਰਦੇ ਹਾਂ ਤੇ ਆਵਾਜ਼ ਸਾਡੇ ਨੱਕ ਵਿੱਚੋਂ ਨਿਕਲਦੀ ਆ। ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਆਵਾਜ਼ ਦਾ ਕੁਝ ਭਾਗ ਨੱਕ ਵਿੱਚੋਂ ਨਿਕਲਦਾ ਹੈ। ਤੁਸੀਂ ਬੋਲ ਕੇ ਦੇਖ ਸਕਦੇ ਹੋ, ઞੀਆਂ, ઞੀਆਂ, ਨਾਣਾ, ਨੰਨਾ ਅਤੇ ਮੰਮਾ। ਇਹਨਾਂ ਵਿਅੰਜਨ ਧੁਨੀਆਂ ਦੀ ਵਰਤੋਂ ਕਿਵੇਂ ਹੁੰਦੀ ਆ? ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਕੰਗਣ, ਞੀਏ ਦੀ ਵਰਤੋਂ ਜੰਝ, ಞੀਏ ਦੀ ਵਰਤੋਂ ਇੰਜਣ, ਨਾਣੇ ਦੀ ਵਰਤੋਂ ਬੀਨ, ਨੰਨੇ ਦੀ ਵਰਤੋਂ, ਜਾਂ ਆਪਾਂ ਸ਼ਬਦ ਲਿਖਦੇ ਹਾਂ ਮੰਜਾ ਤੇ ਉਸ ਵਿੱਚ ਮੰਮੇ ਦੀ ਵਰਤੋਂ, ਤੇ ਹੋਰ ਵੀ ਬਹੁਤ ਸਾਰੇ ਸ਼ਬਦ। ਇਸ ਤੋਂ ਇਲਾਵਾ ਸਾਡੇ ਕੋਲ ਯਈਆ ਅਤੇ ਵੱਵਾ 2 ਅਜਿਹੀਆਂ ਵਿਅੰਜਨ ਧੁਨੀਆਂ ਹਨ ਜੋ ਸਵਰ ਧੁਨੀਆਂ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਹਨ। ਤੁਸੀਂ ਦੇਖ ਰਹੇ ਹੋ, ਗਿਆਨੀ ਸ਼ਬਦ ਦੇ ਵਿੱਚ ਯਈਆ ਵਿਅੰਜਨ ਧੁਨੀ ਆ ਸਵਰ ਧੁਨੀ ਵਿੱਚ ਤਬਦੀਲ ਹੋ ਗਈ। ਇੱਕ ਹੋਰ ਉਦਾਹਰਨ ਤੁਸੀਂ ਦੇਖ ਰਹੇ ਹੋ, ਸੁਆਮੀ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਵੱਵਾ ਵਿਅੰਜਨ ਧੁਨੀ ਅਸਵਰ ਧੁਨੀ ਵਿੱਚ ਤਬਦੀਲ ਹੋ ਗਈ। ਆਪਾਂ ਗੱਲ ਕਰਾਂਗੇ ਲਗਾ ਮਾਤਰਾਵਾਂ ਬਾਰੇ। ਪੰਜਾਬੀ ਧੁਨੀਆਂ ਤੋਂ ਬਣਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਅੱਖਰਾਂ ਨਾਲ ਕੁਝ ਲਗਾਂ ਲੱਗਦੀਆਂ ਹਨ। ਲਗਾਂ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ੍ਹ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਵਿਚਲੇ ਸ਼ਬਦਾਂ ਦੀ ਸ਼ੁੱਧ ਲਿਖਤ ਅਤੇ ਉਚਾਰਨ ਲਈ ਵਰਨਾਂ ਨਾਲ ਜਿਹੜੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਚਿੰਨ੍ਹਾਂ ਨੂੰ ਲਗਾਂ ਕਿਹਾ ਜਾਂਦਾ ਹੈ। ਲਗਾਂ ਦਾ ਅੱਖਰਾਂ ਤੋਂ ਬਿਨਾਂ ਪ੍ਰਯੋਗ ਨਹੀਂ ਹੁੰਦਾ। ਇਹ ਕਿਸੇ ਨਾ ਕਿਸੇ ਅੱਖਰ ਨਾਲ ਹੀ ਆਉਂਦੀਆਂ ਹਨ। ਜਿਵੇਂ ਅਸੀਂ ਔਰਤ ਸ਼ਬਦ ਲਿਖਣਾ ਹੈ ਤਾਂ ਅਸੀਂ ਲਿਖਦੇ ਹਾਂ ਐੜਾ, ਕਨੌੜਾ, ਰਾਰਾ, ਤੱਤਾ, ਔਰਤ। ਐੜਾ, ਰਾਰਾ, ਤੱਤਾ ਵਰਨ ਹਨ, ਅੱਖਰ ਹਨ, ਅਤੇ ਕਨੌੜਾ ਭਾਵ ਔ ਦੀ ਮਾਤਰਾ ਲੱਗੀ ਹੈ। ਐੜਾ, ਕਨੌੜਾ, ਰਾਰਾ, ਤੱਤਾ, ਜਿਹਨੂੰ ਆਪਾਂ ਬੋਲਾਂਗੇ ਅ, ਔ, ਰ, ਤ, ਤੇ ਔਰਤ ਸ਼ਬਦ ਬਣ ਗਿਆ। ਗੁਰਮੁਖੀ ਲਿਪੀ ਦੇ ਵਿੱਚ 10 ਲਗਾਂ ਮਾਤਰਾਵਾਂ ਹੁੰਦੀਆਂ ਹਨ। ਤੁਸੀਂ ਦੇਖ ਰਹੇ ਹੋ, ਮੁਕਤਾ ਅ, ਕੰਨਾ ਆ, ਸਿਹਾਰੀ ਈ, ਬਿਹਾਰੀ ਈ, ਔਂਕੜ ਊ, ਦੁਲੈਂਕੜ ਊ, ਲਾਂ ਏ, ਦੁਲਾਵਾਂ ਐ, ਹੋੜਾ ਓ, ਕਨੌੜਾ ਔ। ਵਿਆਕਰਣ ਦੇ ਪਹਿਲੇ ਭਾਗ ਅੱਖਰ ਬੋਧ ਜਾਂ ਵਰਨ ਬੋਧ ਵਿੱਚ ਲਗਾਖਰਾਂ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਲਗਾਖਰ ਕੀ ਹਨ। ਲਗਾਖਰ ਇੱਕ ਤਰ੍ਹਾਂ ਦੇ ਲਿਪੀ ਚਿੰਨ੍ਹ ਹਨ ਜਿਨ੍ਹਾਂ ਦੀ ਵਰਤੋਂ ਲੱਗ ਲੱਗੇ ਅੱਖਰਾਂ ਨਾਲ ਕੀਤੀ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਲਿਖਦੇ ਸਮੇਂ ਸ਼ਬਦਾਂ ਵਿੱਚ ਵਰਨਾਂ ਜਾਂ ਲਗਾਂ ਨਾਲ ਜਿਹੜੇ ਹੋਰ ਸਹਾਇਕ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਲਗਾਖਰ ਕਹਿੰਦੇ ਹਨ।
ਇੱਕ ਤਾਂ ਵਰਨਾਂ ਦੇ ਨਾਲ ਲਗਾ ਮਾਤਰਾਵਾਂ ਲੱਗਦੀਆਂ ਹਨ ਜੋ ਗਿਣਤੀ ਵਿੱਚ 10 ਹਨ। ਦੂਜਾ ਸਹਾਇਕ ਚਿੰਨ੍ਹ ਵਰਤੇ ਜਾਂਦੇ ਹਨ ਅਤੇ ਇਹਨਾਂ ਸਹਾਇਕ ਚਿੰਨ੍ਹਾਂ ਨੂੰ ਹੀ ਲਗਾਖਰ ਕਹਿੰਦੇ ਹਨ। ਪੰਜਾਬੀ ਭਾਸ਼ਾ ਦੇ ਵਿਆਕਰਣ ਦੇ ਵਿੱਚ 3 ਲਗਾਖਰ ਬਿੰਦੀ, ਟਿੱਪੀ ਅਤੇ ਅੱਧਕ ਵਰਤੇ ਜਾਂਦੇ ਹਨ। ਆਪਾਂ ਦੇਖਦੇ ਹਾਂ ਕਿ ਬਿੰਦੀ ਦੀ ਵਰਤੋਂ ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਗਾਂ, ਗੱਗੇ ਕੰਨਾਂ ਉੱਤੇ ਬਿੰਦੀ, ਕਾਂ, ਕੱਕੇ ਕੰਨਾਂ ਉੱਤੇ ਬਿੰਦੀ। ਜਾਂ ਆਪਾਂ ਟਿੱਪੀ ਦੀ ਵਰਤੋਂ ਕਰਦੇ ਹਾਂ ਜਿਵੇਂ ਆਪਾਂ ਲਿਖਦੇ ਹਾਂ ਸ਼ਬਦ ਕੰਨ, ਕੱਕੇ ਟਿੱਪੀ ਨੰਨਾ। ਜਾਂ ਆਪਾਂ ਲਿਖਦੇ ਹਾਂ ਅੰਬ, ਐੜੇ ਟਿੱਪੀ ਬੱਬਾ। ਅੱਧਕ ਦੀ ਵਰਤੋਂ ਵਾਲੇ ਬਹੁਤ ਸਾਰੇ ਸ਼ਬਦ ਜਿਵੇਂ ਆਪਾਂ ਲਿਖਦੇ ਹਾਂ ਸੱਪ, ਸੱਸੇ ਉੱਤੇ ਅੱਧਕ ਪੱਪਾ, ਸੱਤ, ਸੱਸੇ ਉੱਤੇ ਅੱਧਕ ਤੱਤਾ। ਔਰ ਇਹ ਜਿਹੜੇ ਲਗਾਖਰ ਆ ਜਿਨ੍ਹਾਂ ਨੂੰ ਆਪਾਂ ਸਹਾਇਕ ਚਿੰਨ੍ਹ ਕਹਿੰਦੇ ਹਾਂ, ਬਿੰਦੀ, ਟਿੱਪੀ, ਅੱਧਕ, ਇਹ ਸ਼ਬਦਾਂ ਦੇ ਉਚਾਰਨ ਵਿੱਚ ਖਾਸ ਯੋਗਦਾਨ ਪਾਉਂਦੇ ਹਨ। ਲਗਾਖਰਾਂ ਦੀ ਵਰਤੋਂ ਦੇ ਵੀ ਕੁਝ ਨਿਯਮ ਹਨ ਜਿਨ੍ਹਾਂ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਲਗਾਖਰਾਂ ਦੀ ਵਰਤੋਂ ਸਹਾਇਕ ਚਿੰਨ੍ਹਾਂ ਦੇ ਤੌਰ 'ਤੇ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੇ ਲਗਾਖਰ ਜੋ ਸਾਡਾ ਸਹਾਇਕ ਚਿੰਨ੍ਹ ਹੈ ਬਿੰਦੀ। ਬਿੰਦੀ ਦੀ ਵਰਤੋਂ ਦੇ ਕੀ ਨਿਯਮ ਹਨ? ਬਿੰਦੀ ਜਿਹੜੀ ਆ ਇਹ ਨਾਸਕੀ ਸਵਰ ਧੁਨੀ ਨੂੰ ਪ੍ਰਗਟ ਕਰਨ ਵਾਲਾ ਚਿੰਨ੍ਹ ਹੈ। ਬਿੰਦੀ ਦੀ ਵਰਤੋਂ ਗੁਰਮੁਖੀ ਲਿਪੀ ਦੀਆਂ ਜਿਹੜੀਆਂ 6 ਲਗਾਂ ਆ ਉਹਨਾਂ ਦੇ ਵਿੱਚ ਕੀਤੀ ਜਾਂਦੀ ਹੈ। ਸਾਨੂੰ ਪਤਾ ਹੈ ਕਿ ਲਗਾ ਮਾਤਰਾਵਾਂ ਦੀ ਗਿਣਤੀ 10 ਹੈ। 10 ਵਿੱਚੋਂ 6 ਲਗਾਂ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਕਿਹੜੀ ਲਗ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ? ਸਭ ਤੋਂ ਪਹਿਲਾਂ ਤੇ ਹੈ ਕੰਨੇ ਨਾਲ ਬਿੰਦੀ ਦੀ ਵਰਤੋਂ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ, ਆਪਾਂ ਸ਼ਬਦ ਲਿਖਦੇ ਹਾਂ ਗਾਂ, ਗੱਗੇ ਕੰਨਾਂ ਉੱਤੇ ਬਿੰਦੀ, ਕਾਂ, ਕੱਕੇ ਕੰਨਾਂ ਉੱਤੇ ਬਿੰਦੀ, ਛਾਂ, ਸ਼ੀਸ਼ੇ ਕੰਨਾਂ ਉੱਤੇ ਬਿੰਦੀ। ਇਸ ਤਰ੍ਹਾਂ ਕੰਨੇ ਦੇ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ ਬਿਹਾਰੀ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਪੀਂਗ, ਪੱਪੇ ਨੂੰ ਬਿਹਾਰੀ ਉੱਤੇ ਬਿੰਦੀ ਘੱਗਾ, ਪੀਂਗ। ਲਾਂ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਆਪਾਂ ਲਿਖਦੇ ਹਾਂ ਗੇਂਦ, ਗੱਗੇ ਲਾਂ ਉੱਤੇ ਬਿੰਦੀ ਦੱਦਾ, ਗੇਂਦ। ਦੁਲਾਵਾਂ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਆਪਾਂ ਲਿਖਦੇ ਹਾਂ ਪੈਂਦਾ, ਪੱਪੇ ਦਲਾਵਾਂ ਉੱਤੇ ਬਿੰਦੀ ਦੱਦੇ ਕਰਨਾ। ਹੋੜੇ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਬਹੁਤ ਸਾਰੇ ਸ਼ਬਦ ਆ, ਆਪਾਂ ਲਿਖਦੇ ਹਾਂ ਰੋਂਦਾ, ਰਾਰੇ ਹੋੜਾ ਉੱਤੇ ਬਿੰਦੀ ਦੱਦੇ ਕਰਨਾ, ਰੋਂਦਾ। ਕਨੌੜੇ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਆਪਾਂ ਲਿਖਦੇ ਹਾਂ ਸੌਂਦਾ, ਸੱਸੇ ਕਨੌੜਾ ਉੱਤੇ ਬਿੰਦੀ ਦੱਦੇ ਕਰਨਾ। ਇਸ ਤਰ੍ਹਾਂ ਕੰਨੇ, ਬਿਹਾਰੀ, ਲਾਂ, ਦੁਲਾਵਾਂ, ਹੋੜੇ ਅਤੇ ਕਨੌੜੇ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿੰਦੀ ਦੀ ਵਰਤੋਂ ਊੜੇ ਨਾਲ ਔਂਕੜ ਅਤੇ ਦੁਲੈਂਕੜ ਦੇ ਰੂਪ ਵਿੱਚ ਵੀ ਹੁੰਦੀ ਹੈ। ਜਿਵੇਂ ਊੜੇ ਨਾਲ ਔਂਕੜ ਦੇ ਰੂਪ ਵਿੱਚ ਆਪਾਂ ਲਿਖਦੇ ਹਾਂ ਉਂਝ, ਊੜੇ ਔਂਕੜ ਉੱਪਰ ਬਿੰਦੀ ਜਿੱਜਾ। ਊੜੇ ਨਾਲ ਦੁਲੈਂਕੜ ਦੇ ਰੂਪ ਵਿੱਚ ਜਿਵੇਂ ਆਪਾਂ ਸ਼ਬਦ ਲਿਖਣਾ ਹੈ ਸਿਊਣ, ਸੱਸੇ ਸਿਹਾਰੀ, ਊੜੇ ਦਲੈਂਕੜ ਉੱਪਰ ਬਿੰਦੀ ਨਾਣਾ। ਸੋ ਇਹ ਸੀ ਬਿੰਦੀ ਦੀ ਵਰਤੋਂ ਦੇ ਨਿਯਮ। ਹੁਣ ਆਪਾਂ ਗੱਲ ਕਰਾਂਗੇ, ਸਾਡਾ ਅਗਲਾ ਲਗਾਖਰ ਹੈ ਟਿੱਪੀ। ਟਿੱਪੀ ਵੀ ਨਾਸਕੀ ਸਵਰ ਧੁਨੀ ਨੂੰ ਪ੍ਰਗਟ ਕਰਨ ਵਾਲਾ ਚਿੰਨ੍ਹ ਹੈ। ਟਿੱਪੀ ਦੀ ਵਰਤੋਂ ਗੁਰਮੁਖੀ ਲਿਪੀ ਦੀਆਂ 4 ਲਗਾ ਮਾਤਰਾਵਾਂ ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਦੇ ਨਾਲ ਹੁੰਦੀ ਹੈ। ਦੇਖਦੇ ਹਾਂ ਕਿਵੇਂ। ਮੁਕਤਾ ਦੇ ਨਾਲ ਟਿੱਪੀ ਦੀ ਵਰਤੋਂ ਜਿਵੇਂ ਆਪਾਂ ਲਿਖਦੇ ਹਾਂ ਪਤੰਗ, ਪੱਪਾ ਤੱਤੇ ਟਿੱਪੀ ਗੱਗਾ ਪਤੰਗ। ਆਪਾਂ ਲਿਖਦੇ ਹਾਂ ਅੰਬ, ਐੜੇ ਟਿੱਪੀ ਬੱਬਾ ਅੰਬ, ਕੰਨ, ਕੱਕੇ ਟਿੱਪੀ ਨੰਨਾ ਕੰਨ। ਭਾਵ ਮੁਕਤਾ ਦੇ ਨਾਲ ਟਿੱਪੀ ਦੀ ਵਰਤੋਂ। ਸਿਹਾਰੀ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ। ਜਿਵੇਂ ਆਪਾਂ ਲਿਖਦੇ ਹਾਂ ਪਿੰਡ, ਪੱਪੇ ਸਿਹਾਰੀ ਉੱਪਰ ਟਿੱਪੀ ਡੱਡਾ ਪਿੰਡ। ਔਂਕੜ ਦੇ ਨਾਲ ਟਿੱਪੀ ਦੀ ਵਰਤੋਂ ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਮੁੰਡਾ, ਮੰਮੇ ਔਂਕੜ ਉੱਪਰ ਟਿੱਪੀ ਡੱਡੇ ਕੰਨਾ ਮੁੰਡਾ। ਦੁਲੈਂਕੜ ਦੇ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ। ਜਿਵੇਂ ਆਪਾਂ ਸ਼ਬਦ ਲਿਖਦੇ ਹਾਂ ਮੂੰਹ, ਮੰਮੇ ਦਲੈਂਕੜ ਉੱਪਰ ਟਿੱਪੀ ਹਾਹਾ ਮੂੰਹ। ਇਸ ਕਰਕੇ ਬਿੰਦੀ ਅਤੇ ਟਿੱਪੀ ਦੋਵੇਂ ਚਿੰਨ੍ਹ ਲਗਾ ਨਾਲ ਆਉਣ ਕਰਕੇ ਇਹਨਾਂ ਨੂੰ ਲਗਾਖਰ ਕਹਿੰਦੇ ਹਨ, ਕਿਉਂਕਿ ਕਿਸੇ ਅੱਖਰ ਨਾਲ 2 ਲਗਾਂ ਇਕੱਠੀਆਂ ਨਹੀਂ ਆਉਂਦੀਆਂ। ਕਿਸੇ ਵੀ ਵਰਨ ਦੇ ਨਾਲ ਇੱਕ ਲਗ ਆਉਂਦੀ ਹੈ ਅਤੇ ਦੂਸਰਾ ਉਸ ਨਾਲ ਬਿੰਦੀ ਜਾਂ ਟਿੱਪੀ ਦਾ ਚਿੰਨ੍ਹ
आउंदा है। साडा तीसरा लगाखर है अदक। अदक दबाਅ ਜਾਂ बल ਦਾ चिन्ह है। पंजाबी भाषा विच किसी वर्ण की दोहरी आवाज़ ਨੂੰ प्रगट करन लई ਜਾਂ खास बल देना होवे ਤਾਂ उस तो पहले वर्ण उपर अदक की वरतों की जाती है। इस दी वरतों केवल 3 लगा मुक्ता, सिहारी ਅਤੇ औंकड़ ਦੇ ਨਾਲ ਕੀਤੀ ਜਾਂਦੀ ਹੈ। ਕਿਵੇਂ? मुक्ता नाल अदक की वरतों जिवें आपां लिखदे हां 8 ਐੜੇ ਉੱਪਰ अदक ठट्ठा 8 सप सस्से उपर अदक पप्पा सप अख ਐੜੇ उत्ते अदक खखा अख ते होर भी बहुत सारे शब्द। सिहारी दे नाल अदक की वरतों हुंदी है। जिवें आपां लिखना होवे चिट्ठी चिच्चे नूं सिहारी उपर अदक, इस तरह सिहारी दे नाल अदक की वरतों हुंदी है। इट शब्द लिखदे हां ईड़ी नूं सिहारी उपर अदक टैंका इट। औंकड़ दे नाल अदक की वरतों हुंदी है। जिवें आपां लिखदे हां फुल फफे औंकड़ उपर अदक लल्ला फुल। अदक की वरतों करन या ना करन नाल शब्दां दे अर्थां विच फर्क पै जांदा है। जिवें पता पत्ता, पप्पा तत्ते कन्ना पता, पता का अर्थ है किसी का पता, जिवें आपां कहने कोई कित्थे रहिंदा है उसका एड्रैस की है, पता की है। पर पत्ता पप्पे उपर अदक तत्ते कन्ना पत्ता जानी रुख का पत्ता। जिवें आपां लिखदे हां सदा सद्दा, सस्सा दद्दे कन्ना सदा, इसका मतलब है हमेशा, सदा हमेशा। पर सद्दा सस्से उपर अदक दद्दे कन्ना सद्दा उसका अर्थ है बुलावा जां सद्दा पत्तर। इस करके अदक की वरतों करन या ना करन दे नाल साडे जिहड़े शब्द आ उन्हां दे अर्थां दे विच फर्क पै जांदा आ। इस तो बिना अंग्रेज़ी दे शब्दां विच दबाਅ नूं प्रगटाउण लई कई बार दुलावां नाल भी अदक की वरतों की जाती है। जिवें पैन शब्द आ पप्पे दलावां उपर अदक नन्ना पैन, जां आपां लिखदे हां प्रैस पप्पे दे पैर च रारा दलावां अदक सस्सा प्रैस। सो ये सी साडे 3 लगाखर बिंदी टिप्पी अते अदक अते उन्हां दी वरतों दे निजम। व्याकरण दे पहले भाग अखर बोध या वर्ण बोध दे विच दुੱਤ ਅੱਖਰਾਂ ਦੇ ਨਿਯਮਾਂ बारे भी जानकारी ਦਿੱਤੀ ਜਾਂਦੀ है। ਹੁਣ ਆਪਾਂ ਗੱਲ ਕਰਾਂਗੇ ਦੁੱਤ ਅੱਖਰ ਕੀ ਹਨ। ਪੰਜਾਬੀ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ 2 ਵਰਨਾਂ ਦੀ ਸਾਂਝੀ ਆਵਾਜ਼ ਆਉਂਦੀ ਹੈ। ਇਸ ਆਵਾਜ਼ ਨੂੰ ਪ੍ਰਗਟ ਕਰਨ ਲਈ ਕੁਝ ਵਰਨ ਦੂਸਰੇ ਵਰਨਾਂ ਦੇ ਪੈਰਾਂ ਹੇਠ ਪਾਏ ਜਾਂਦੇ ਹਨ। ਇਹਨਾਂ ਵਰਨਾਂ ਨੂੰ ਹੀ ਦੁੱਤ ਅੱਖਰ ਆਖਦੇ ਹਨ। ਇਹਨਾਂ ਨੂੰ ਅਰਧ ਸਵਰ ਵੀ ਕਹਿੰਦੇ ਹਨ। ਤੇ ਪੰਜਾਬੀ ਭਾਸ਼ਾ ਦੇ ਵਿੱਚ 3 ਦੁੱਤ ਅੱਖਰ ਹਨ ਹਾਹਾ, ਰਾਰਾ ਅਤੇ ਵਊਆ। ਹੁਣ ਆਪਾਂ ਦੇਖਦੇ ਹਾਂ ਕਿ ਇਹਨਾਂ ਦੁੱਤ ਅੱਖਰਾਂ ਦਾ ਚਿੰਨ੍ਹ ਕਿਹੜਾ ਹੈ ਅਤੇ ਇਹਨਾਂ ਦੀ ਵਰਤੋਂ ਕਿਵੇਂ ਹੁੰਦੀ ਹੈ। ਜਿਵੇਂ ਸਭ ਤੋਂ ਪਹਿਲਾ ਦੁੱਤ ਅੱਖਰ ਹੈ ਹਾਹਾ, ਉਸ ਦਾ ਕੀ ਚਿੰਨ੍ਹ ਹੈ? ਪੜ ਸ਼ਬਦ ਹੈ ਪੱਪਾ ਰਾੜਾ ਤੇ ਰਾੜੇ ਦੇ ਪੈਰ ਵਿੱਚ ਹਾਹਾ ਪੜ। ਹੜ ਸ਼ਬਦ ਹੈ ਹਾਹਾ ਰਾੜਾ ਤੇ ਰਾੜੇ ਦੇ ਪੈਰ ਵਿੱਚ ਹਾਹਾ। ਜੜ ਲਿਖਦੇ ਹਾਂ ਜੱਜਾ ਰਾੜਾ ਤੇ ਰਾੜੇ ਦੇ ਪੈਰ ਵਿੱਚ ਹਾਹਾ ਜੜ। ਅਗਲਾ ਦੁੱਤ ਅੱਖਰ ਹੈ ਰਾਰਾ, ਜਿਵੇਂ ਪ੍ਰਿੰਸੀਪਲ ਪੱਪੇ ਦੇ ਪੈਰ ਵਿੱਚ ਰਾਰਾ, ਪ੍ਰਕਾਸ਼ ਪੱਪੇ ਦੇ ਪੈਰ ਵਿੱਚ ਰਾਰਾ, ਪ੍ਰਕਾਰ ਪੱਪੇ ਦੇ ਪੈਰ ਵਿੱਚ ਰਾਰਾ। ਜਾਂ ਹੋਰ ਵੀ ਬਹੁਤ ਸਾਰੇ ਸ਼ਬਦ ਜਿਵੇਂ ਆਪਾਂ ਲਿਖਦੇ ਹਾਂ ਪ੍ਰੇਮ ਪੱਪੇ ਦੇ ਪੈਰ ਵਿੱਚ ਰਾਰਾ ਪੈਂਦਾ ਹੈ, ਪ੍ਰੇਤ ਪੱਪੇ ਦੇ ਪੈਰ ਵਿੱਚ ਰਾਰਾ ਪੈਂਦਾ ਹੈ, ਪ੍ਰਾਰਥਨਾ ਪੱਪੇ ਦੇ ਪੈਰ ਵਿੱਚ ਰਾਰਾ ਪੈਂਦਾ ਹੈ। ਸਾਡਾ ਅਗਲਾ ਦੁੱਤ ਅੱਖਰ ਹੈ ਵਊਆ। ਵਊਵੇ ਦੀ ਵਰਤੋਂ ਦੇਖੋ ਆਪਾਂ ਲਿਖਿਆ ਸਵਰ ਸੱਸੇ ਦੇ ਪੈਰ ਵਿੱਚ ਵਊਆ। ਸਵੈ ਜੀਵਨੀ, ਸਵੈ ਜੀਵਨੀ ਤੁਹਾਨੂੰ ਪਤਾ ਕੀ ਹੁੰਦੀ ਹੈ? ਸਵੈ ਜੀਵਨੀ ਜੋ ਕਿਸੇ ਨੇ ਆਪ ਆਪਣੇ ਬਾਰੇ ਲਿਖੀ ਹੁੰਦੀ ਹੈ, ਇਸ ਨੂੰ ਅਸੀਂ ਆਤਮ ਕਥਾ ਵੀ ਕਹਿੰਦੇ ਹਾਂ। ਤੇ ਸਵੈ ਦੇ ਵਿੱਚ ਸੱਸੇ ਦੇ ਪੈਰ ਵਿੱਚ ਵਊਆ। ਸਵੈ ਮਾਣ ਸਵੈ ਸੱਸੇ ਦੇ ਪੈਰ ਵਿੱਚ ਵਊਆ। ਇਹ ਸੀ ਸਾਡੇ ਦੁੱਤ ਅੱਖਰ ਜੋ ਗਿਣਤੀ ਵਿੱਚ 3 ਹਨ। ਦੁੱਤ ਅੱਖਰ ਨੂੰ ਜੁੜਵੇਂ ਜਾਂ ਸੰਯੁਕਤ ਅੱਖਰ ਵੀ ਕਹਿੰਦੇ ਹਨ। ਸੋ ਇਹ ਸੀ ਵਿਆਕਰਣ ਦੇ 4 ਭਾਗਾਂ ਵਿੱਚੋਂ ਵਿਆਕਰਣ ਦਾ ਪਹਿਲਾ ਭਾਗ, ਜਿਸ ਦਾ ਨਾਂ ਸੀ ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ, ਜਿਸ ਵਿੱਚ ਅਸੀਂ ਅੱਖਰਾਂ ਜਾਂ ਵਰਨਾਂ, ਲਗਾ ਮਾਤਰਾਵਾਂ, ਲਗਾਖਰਾਂ
ਅਤੇ ਦੁੱਤ ਅੱਖਰਾਂ ਦੇ ਨਿਯਮਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।